हाँ जी मेरे प्यारे विद्यार्थियों, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੁਜਾਨ ਸਿੰਘ ਦੀ ਰਚਨਾ ਸਾਂਝ। ਸਾਂਝ ਉਹਨਾਂ ਦੀਆਂ ਸਿਰਮੌਰ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਹੈ ਜਿਸ ਦੇ ਵਿੱਚ ਮਨੁੱਖੀ ਸਾਂਝ ਨੂੰ ਬਿਆਨ ਕੀਤਾ ਹੈ, ਇਨਸਾਨੀਅਤ ਦੀ ਸਾਂਝ ਨੂੰ ਬਿਆਨ ਕੀਤਾ ਹੈ। ਆਮ ਕਰਕੇ ਆਪਾਂ ਦੇਖਦੇ ਹਾਂ ਕਿ ਸਾਂਝ ਸਾਡੀ ਰਿਸ਼ਤਿਆਂ ਦੇ ਵਿੱਚ ਹੁੰਦੀ ਹੈ, ਪਰ ਜਿਹੜੀ ਇਹ ਕਹਾਣੀ ਹੈ ਇਹ ਬਿਨਾਂ ਰਿਸ਼ਤੇ ਦੇ ਮਨੁੱਖੀ ਸਾਂਝ ਨੂੰ ਬਿਆਨ ਕਰਦੀ ਹੈ। ਤਾਂ ਆਓ ਹੁਣ ਇਸ ਕਹਾਣੀ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ M.L. ਮਲਹੋਤਰਾ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਤੋਂ ਜ਼ਿਆਦਾ ਚਿਰ ਰੇੜਿਆ। ਜੇ ਕੋਈ ਆਮ ਆਦਮੀ ਵੀ ਉਸ ਵੱਲ ਦੇਖਦਾ ਤਾਂ ਉਹ ਇਹੀ ਸੋਚਦਾ ਕਿ ਜਿਵੇਂ ਉਹ ਨਵਾਂ ਸਾਈਕਲ ਚਲਾਉਣਾ ਸਿੱਖਿਆ ਹੋਵੇ, ਪਰ ਅਸਲ ਵਿੱਚ ਗੱਲ ਹੀ ਨਹੀਂ ਸੀ। ਸਾਈਕਲ ਚਲਾਉਂਦਿਆਂ ਤਾਂ ਉਸਨੂੰ ਲਗਭਗ 30 ਸਾਲ ਹੋ ਚੁੱਕੇ ਸਨ। ਉਹ ਬਹੁਤ ਵਧੀਆ ਸਾਈਕਲ ਚਲਾ ਸਕਦਾ ਸੀ। ਉਹ ਇੰਨਾ ਵਧੀਆ ਸਾਈਕਲ ਚਲਾ ਸਕਦਾ ਸੀ ਕਿ ਭੀੜ ਭਰੇ ਸ਼ਹਿਰਾਂ ਤੇ ਤੰਗ ਬਾਜ਼ਾਰਾਂ ਵਿੱਚੋਂ ਵੀ ਬਿਨਾਂ ਟੱਲੀ ਖੜਕਾਇਆ ਆਪਣਾ ਵਿੰਗ ਤੜਿੰਗਾ ਰਾਹ ਪਰਾਉਂਦਾ ਅੱਗੇ ਲੱਗ ਜਾਂਦਾ। ਅਸਲ ਵਿੱਚ ਪ੍ਰੋਫੈਸਰ ਕੁਝ ਸੋਚਦਾ ਕਾਲਜ ਵਿੱਚੋਂ ਨਿਕਲਿਆ ਸੀ। ਸੋਚਦਿਆਂ ਹੀ ਉਸਨੇ ਆਪਣੀ ਰੋਜ਼ਾਨਾ ਦੀ ਰੂਟੀਨ ਦੇ ਵਾਂਗ ਉਸਨੇ ਸਾਈਕਲ ਤੇ ਪੈਡਲ ਤੇ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਪੱਕੀ ਤੇ ਉੱਬੜ ਖਾਬੜ ਸੜਕ ਦੇ ਵਿੱਚ, ਜਿਸ ਵਿੱਚ ਥਾਂ ਟੋਏ ਬਣੇ ਹੋਏ ਸੀ ਤੇ ਸੜਕ ਦੇ ਟੁੱਟੇ ਹੋਏ ਰੋੜੇ ਉਸਦੀ ਸਾਈਕਲ ਵਿੱਚ ਅੜ ਰਹੇ ਸਨ। ਤਾਂ ਇਹ ਗੱਲਾਂ ਉਸਦੀ ਜਿਹੜੀ ਸਾਈਕਲ ਹੈ ਉਸਨੂੰ ਚਲਾਉਣ ਵਿੱਚ ਉਸਨੂੰ ਤੰਗ ਪਰੇਸ਼ਾਨ ਕਰ ਰਹੀਆਂ ਸੀ। ਉਹ ਕਾਫੀ ਜ਼ੋਰ ਨਾਲ ਅੱਗੇ ਸਾਈਕਲ ਚਲਾਉਂਦਾ ਹੋਇਆ ਟੁੱਟੀ ਉੱਬੜ ਖਾਬੜ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਤੇਜ਼ ਫਰਲਾਂਗ ਨਾਲ ਚੱਲਦਾ ਹੋਇਆ ਕਾਠੀ ਤੇ ਭਲਾਕੀ ਮਾਰ ਕੇ ਬੈਠ ਜਾਂਦਾ ਹੈ। ਕਾਠੀ ਤੇ ਬੈਠਦਿਆਂ ਹੀ ਪ੍ਰੋਫੈਸਰ ਹੋਰ ਜ਼ੋਰ ਲਗਾ ਕੇ ਆਪਣੀ ਸਾਈਕਲ ਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਹੈ। ਥਿੜਕਦੇ ਹੋਏ ਸਾਈਕਲ ਕਦੇ ਸੱਜੇ ਮੁੜੇ ਕਦੇ ਖੱਬੇ ਮੁੜੇ ਡਾਵਾਂਡੋਲ ਕਰਦਾ ਹੋਇਆ ਸਾਈਕਲ ਉਸਨੂੰ ਆਪਣੀ ਜ਼ਿੰਦਗੀ ਦੀ ਡਾਵਾਂਡੋਲਤਾ ਨਾਲ, ਆਪਣੀ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਸਮਾਨਤਾ ਵੱਲ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਉਹ ਸਾਈਕਲ ਚਲਾ ਕੇ ਇੰਨਾ ਥੱਕਿਆ ਹੋਇਆ ਸੀ ਕਿ ਉਸਨੂੰ ਅੱਗੇ ਚੜ੍ਹਾ ਕੇ ਇੱਕ ਗੁਰਦੁਆਰੇ ਦੇ ਕੋਲ ਪਹੁੰਚਦਾ ਹੈ, ਜੋ ਕਿ ਇੱਕ ਇਤਿਹਾਸਿਕ ਗੁਰਦੁਆਰਾ ਹੁੰਦਾ ਹੈ, ਜਿਸ ਦੇ ਲਾਗੇ ਪੌੜੀਆਂ ਦੇ ਲਾਗੇ ਇੱਕ ਧਰੇਕ ਨਿੱਕੀ ਜਿਹੀ ਹਰੀ ਭਰੀ ਛਾਂ ਹੇਠਾਂ ਕੁਝ ਮਰਦਾਵੀਆਂ ਤੇ ਜਨਾਨੀਆਂ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸੀ। ਜੇਠ ਦਾ ਪਹਿਲਾ ਦਿਨ ਦੁਪਹਿਰ ਲੰਘਾ ਕੇ ਵੀ ਆਪਣਾ ਜੋਬਨ ਦਿਖਾ ਰਿਹਾ ਸੀ। ਸਟੈਂਡ ਦੇ ਛਾਵੇਂ ਖੜੋਤੀਆਂ ਕੁਝ ਸਵਾਰੀਆਂ ਗਰਮੀ ਦੀ ਸ਼ਿਕਾਇਤ ਕਰ ਰਹੀਆਂ ਸਨ। ਕੱਚੀ ਤੇ ਉਬੜੀ ਖਾਬੜੀ ਸੜਕ ਤੇ ਜ਼ੋਰ ਲਗਾਉਣ ਨਾਲ ਪ੍ਰੋਫੈਸਰ ਨੂੰ ਕਾਫੀ ਪਸੀਨਾ ਆ ਗਿਆ। ਫਰਲਾਂਗ ਕੁ ਦੀ ਵਿੱਥ ਤੱਕ ਪੱਕੀ ਸੜਕ ਦੀ ਢਲਵਾਨ ਸੀ ਤੇ ਪ੍ਰੋਫੈਸਰ ਨੇ ਪੈਡਲ ਮਾਰਨੇ ਬੰਦ ਕਰ ਦਿੱਤੇ। ਸਾਈਕਲ ਆਪਣੇ ਆਪ ਹੀ ਰੇੜੇ ਪੈ ਗਿਆ ਤੇ ਰੁਕੀ ਹੋਈ ਹਵਾ ਉਸਨੂੰ ਛੂਕਦੀ ਹੋਈ ਅੱਗੇ ਲੰਘ ਜਾਂਦੀ। ਉਸਨੂੰ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਵਿਤਾ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਦਾ ਚੇਤਾ ਆਇਆ। ਉਸਨੂੰ ਚੇਤਾ ਆਇਆ ਕਿ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਹੈ, ਉਸ ਦੀ ਉਡੀਕ ਕਰਦੇ ਖੰਭ ਉਸਨੂੰ ਉਸ ਚੋਟੀ ਤੇ ਮਿਲਦੇ ਹਨ। ਉਹ ਸੋਚਣ ਲੱਗਾ, ਜਿਵੇਂ ਮਿਹਨਤ ਕਰਕੇ ਵੀ ਉਹ ਆਪਣੀ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਹੋਵੇ, ਤੇ ਜੇ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸ ਦੀ ਉਡੀਕ ਲਈ ਕੋਈ ਖੰਭ ਹੀ ਨਾ ਆਏ ਹੋਣ। ਉਹ ਉਤਰਾਈ ਨੂੰ ਮਾਨੋ ਸਰ ਕਰਦਾ ਪੱਧਰੀ ਧਰਤ ਤੇ ਉਤਰ ਆਇਆ ਸੀ ਤੇ ਹੁਣ ਆਮ ਜਿਹੀ ਚਾਲ ਨਾਲ ਫਾਟਕਾਂ ਦੇ ਵਿੱਚੋਂ ਰੇਲਵੇ ਲਾਈਨ ਨੂੰ ਪਾਰ ਕਰ ਰਿਹਾ ਸੀ। ਉਸਨੂੰ ਉਸ ਕਵਿਤਾ ਦੀ ਉਸ ਤੁਕ ਦੀ ਸੱਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ, ਭਾਵੇਂ ਉਹ ਕਿੱਡੀ ਵੀ ਉੱਚੀ ਹੋਵੇ, ਅੰਤ ਜ਼ਰੂਰ ਹੁੰਦਾ ਹੈ। ਰੇਲਵੇ ਲਾਈਨ ਪਾਰ ਕਰਕੇ ਉਸਨੂੰ ਫਿਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਜੇਠ ਦੀ ਧੁੱਪ ਨੇ ਕਈਆਂ ਥਾਵਾਂ ਤੋਂ ਸੜਕ ਦੀ ਲੁੱਕ ਨੂੰ ਪਿਘਲਾ ਦਿੱਤਾ ਸੀ
ਤੇ ਉਹ ਪਿਘਲੀ ਹੋਈ ਲੁੱਕ ਉਸ ਦੇ ਸਾਈਕਲ ਦੇ ਟਾਇਰਾਂ ਨਾਲ ਚਿੰਬੜ ਰਹੀ ਸੀ। ਇਹ ਦੇਖਦਿਆਂ ਉਸਨੇ ਆਪਣੀ ਸਾਈਕਲ ਨੂੰ ਇੱਕ ਨੁੱਕਰੇ ਚਲਾਉਣਾ ਸ਼ੁਰੂ ਕਰ ਦਿੱਤਾ। ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਧੇਰੇ ਵਾਹੀਆਂ ਅਣਵਾਹੀਆਂ ਪੈਲੀਆਂ ਖਾਕੀ ਮਿੱਟੀ ਉਘਾੜ ਕੇ ਮਾਨੋ ਅਗੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸੀ। ਜੇਠ ਦੀ ਧੁੱਪ ਵਿੱਚ ਕੰਢੇ ਤੇ ਉੱਗੀਆਂ ਉੱਚੀਆਂ ਟਾਹਲੀਆਂ ਤੇ ਨਿੱਕੀ ਜਿਹੀ ਨੁੱਕਰ ਵਾਲੇ ਗੋਲ ਪੱਤੇ ਆਪਣੀ ਹਰਿਆਵਲ ਨਾਲ ਪ੍ਰੋਫੈਸਰ ਦੇ ਗਰਮ ਚੌਂਦੇ ਹੋਏ ਸਰੀਰ ਨੂੰ ਦਰਸ਼ਨ ਮਾਤਰ ਨਾਲ ਸੰਘਣੀ ਠੰਡ ਪਾਉਂਦੇ ਜਾ ਰਹੇ ਸੀ। ਭਾਵੇਂ ਉਹਨਾਂ ਦੀ ਸ਼ਾਨ ਨਾ ਹੀ ਪ੍ਰੋਫੈਸਰ ਤੇ ਨਾ ਹੀ ਸੜਕ ਦੇ ਕਿਸੇ ਭਾਗ ਤੇ ਪੈ ਰਹੀ ਸੀ, ਬਰਸਾਤੀ ਪਾਣੀ ਨੂੰ ਢੱਕਣ ਲਈ ਬਣੇ ਇਸ ਵੇਲੇ ਦੇ ਸੁੱਕੇ ਨਾਲੇ ਦੇ ਕੰਢੇ ਅੱਕ ਤੇ ਝਾੜਾਂ ਦੀ ਬਹਾਰ ਵੇਖਣ ਵਾਲੀ ਸੀ। ਪੰਛੀ ਉੜਦੇ ਘੱਟ ਹੀ ਨਜ਼ਰ ਆਉਂਦੇ ਸੀ। ਦੂਰ ਟਾਹਲੀ ਵਿੱਚ ਲੁਕ ਕੇ ਬੈਠੀ ਇੱਕ ਘੁੱਗੀ ਆਪਣੀ ਘੂੰ ਘੂੰ ਦੀ ਮਿੱਠੀ ਕਰੁਣਾ ਭਰੀ ਆਵਾਜ਼ ਨਾਲ ਉਹਨਾਂ ਦੀ ਹੋਂਦ ਦੀ ਗਵਾਹੀ ਦੇ ਰਹੀ ਸੀ। ਅਚਾਨਕ ਖੜਖੜ ਦੀ ਆਵਾਜ਼ ਪ੍ਰੋਫੈਸਰ ਦੇ ਕੰਨੀ ਪਈ। ਉਸਨੇ ਦੇਖਿਆ ਕਿ ਬੱਸ ਨੂੰ ਕ੍ਰਾਸ ਕਰਨ ਤੋਂ ਪਹਿਲਾਂ ਬਿਨਾਂ ਕੋਈ ਹੋਰ ਵੀ ਉਸ ਨੂੰ ਕ੍ਰਾਸ ਕੀਤਾ ਤਾਂ ਇੱਕ ਸਾਈਕਲ ਸਵਾਰ ਵਿਅਕਤੀ ਜਿਸਨੇ ਪ੍ਰੋਫੈਸਰ ਨੂੰ ਪਾਰ ਕੀਤਾ ਸੀ। ਉਹ ਬਹੁਤ ਤੇਜ਼ ਸਾਈਕਲ ਨਾਲ ਉਸਦੇ ਕੋਲ ਦੀ ਲੰਘਿਆ। ਪ੍ਰੋਫੈਸਰ ਨੇ ਪਹਿਲਾਂ ਸੋਚਿਆ ਕਿ ਉਹ ਉਸ ਵਿਅਕਤੀ ਨੂੰ ਆਪਣੀ ਤੇਜ਼ ਸਾਈਕਲ ਨਾਲ ਪਾਰ ਕਰ ਜਾਵੇ, ਪਰ ਲਾਲ ਚੀਰੇ ਵਾਲੇ ਵਿਅਕਤੀ ਨੂੰ ਉਹ ਪਾਰ ਕਰਨ ਤੋਂ ਬਿਨਾਂ ਉਹ ਕੁਝ ਹੋਰ ਸੋਚ ਨਹੀਂ ਸਕਿਆ। ਉਸਨੂੰ ਲੱਗਿਆ ਕਿ ਉਹ ਆਪਣੀ ਜਵਾਨੀ ਦੇ ਜੋਸ਼ ਵਿੱਚ ਉਸਨੂੰ ਪਾਰ ਕਰਕੇ ਅੱਗੇ ਲੰਘ ਗਿਆ, ਪਰ ਪ੍ਰੋਫੈਸਰ ਵੀ ਦਿਖਾਉਣਾ ਚਾਹੁੰਦਾ ਸੀ ਕਿ ਉਸ ਦੇ ਵਾਲ ਚਾਹੇ ਚਿੱਟੇ ਹੋ ਗਏ ਨੇ, ਪਰ ਉਸ ਦੇ ਸਰੀਰ ਦੀ ਤਾਕਤ ਹਜੇ ਵੀ ਬਰਕਰਾਰ ਹੈ। ਪਰ ਫਿਰ ਉਸਨੇ ਪਤਾ ਨਹੀਂ ਕਿਸ ਖਿਆਲ ਦੇ ਨਾਲ ਉਸਨੂੰ ਪਾਰ ਕਰਨ ਦਾ ਫੈਸਲਾ ਮਾਨੋ ਹੀ ਛੱਡ ਦਿੱਤਾ। ਉਸਨੂੰ ਲੱਗਿਆ ਕਿ ਪਤਾ ਨਹੀਂ ਸਾਈਕਲ ਸਵਾਰ ਨੂੰ ਕੀ ਭਾਜੜ ਪਈ ਹੋਈ ਹੈ, ਉਹ ਇੰਨੀ ਤੇਜ਼ ਕਿਉਂ ਦੌੜ ਰਿਹਾ ਹੈ। ਫਿਰ ਉਸਦੇ ਦਿਮਾਗ ਵਿੱਚ ਇੱਕ ਖਿਆਲ ਆਇਆ ਕਿ ਕਿਸ ਤਰੀਕੇ ਨਾਲ ਸਾਈਕਲ ਬਣਾਇਆ ਕਿ ਇੱਕੋ ਤਾਰ ਦੇ ਨਾਲ ਅੱਗੇ ਪਿੱਛੇ ਦੋ ਪਹੀਏ ਜੋੜ ਕੇ ਇੱਕ ਸਵਾਰੀ ਬਣਾ ਦਿੱਤੀ, ਇੱਕ ਸਾਈਕਲ ਨੂੰ ਇੱਕ ਸਾਧਨ ਬਣਾ ਦਿੱਤਾ ਕਿ ਉਸ ਦੇ ਉੱਤੇ ਬੈਠ ਕੇ ਆਰਾਮ ਨਾਲ ਸਫ਼ਰ ਕੀਤਾ ਜਾ ਸਕੇ। ਇਹ ਖਿਆਲ ਹਜੇ ਉਸ ਦੇ ਦਿਮਾਗ ਦੇ ਵਿੱਚ ਲਿਸ਼ਕ ਹੀ ਰਿਹਾ ਸੀ ਕਿ ਉਸ ਨੂੰ ਇੱਕ ਲਾਈਨਾਂ ਯਾਦ ਆਉਂਦੀਆਂ ਨੇ ਅਖਬਾਰ ਦੀਆਂ। ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਦੀ ਇੱਕ ਖਬਰ ਦੇ ਵਿੱਚ ਇੱਕ ਲੀਡਰ ਦੀ ਤਕਰੀਰ ਛਪੀ ਹੋਈ ਸੀ, ਜਿਸ ਦੇ ਵਿੱਚ ਲਿਖਿਆ ਸੀ ਕਿ ਭਾਰਤ ਇੱਕ ਗਰੀਬ ਦੇਸ਼ ਹੈ, ਇਸ ਦੀ ਸਵਾਰੀ ਜਿਹੜੀ ਹੈ ਉਹ ਸਾਈਕਲ ਹੈ। ਜਦ ਕਿ ਦੂਜੇ ਦੇਸ਼ਾਂ ਦੇ ਸਪੂਤਨਿਕਾਂ ਹਵਾਈ ਜਹਾਜ਼ਾਂ ਦਾ ਘੱਟੋ ਘੱਟ ਕਾਰਾਂ ਦਾ ਯੁੱਗ ਆ ਗਿਆ ਸੀ, ਉੱਥੇ ਭਾਰਤ ਹਾਲੇ ਮਸੀਂ ਸਾਈਕਲ ਦੇ ਯੁੱਗ ਤੱਕ ਹੀ ਪਹੁੰਚਿਆ ਸੀ। ਕਿੰਨੇ ਫੀਸਦੀ ਆਦਮੀ ਹਨ ਭਾਰਤ ਦੇ ਜਿਨ੍ਹਾਂ ਕੋਲ ਸਵਾਰੀ ਲਈ ਸਾਈਕਲ ਵੀ ਨਹੀਂ ਹੈ। ਕਹਾਣੀਕਾਰ ਆਪਣੇ ਦਿਮਾਗ ਦੇ ਵਿੱਚ ਇਹੀ ਸੋਚ ਰਿਹਾ ਸੀ। ਉਸਨੂੰ ਇਹ ਸੰਖਿਆ ਨਿਗੁਣੀ ਜਿਹੀ ਜਾਪੀ। ਉਸਨੇ ਫੈਸਲਾ ਕੀਤਾ ਭਾਰਤ ਸਾਈਕਲ ਦੇ ਯੁੱਗ ਵਿੱਚ ਹਾਲੇ ਨਹੀਂ ਪਹੁੰਚਿਆ। ਇਹ ਵੀ ਸਾਡੀ ਇੱਕ ਖੁਸ਼ਫਹਿਮੀ ਹੈ ਕਿ ਸਾਈਕਲ ਗਰੀਬਾਂ ਦੀ ਸਵਾਰੀ ਹੈ। ਸਾਈਕਲ ਕਾਲ ਵੀ ਤਾਂ ਭਾਰਤ ਦੀ ਗਰੀਬੀ ਦਾ ਹੀ ਸੂਚਕ ਹੈ। ਉਸਨੂੰ ਸਾਈਕਲ ਦੇ ਨਾਂ ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ। ਉਸਨੂੰ ਪ੍ਰਤੀਤ ਹੋਇਆ ਕਿ ਉਸਨੂੰ ਧੋਬੀ ਦੀ ਧੋਤੀ, ਚਿੱਟੀ ਪਤਲੂਨ ਤੇ ਬੁਰਸ਼ਟ ਵਿੱਚੋਂ ਉਸਦੀ ਕਾਲੀ ਤੇ ਗਲੀਚ ਗਰੀਬੀ ਫੁੱਟ ਪਈ। ਸਾਰੀ ਦੁਨੀਆ ਨੇ ਉਸਨੂੰ ਦੇਖ ਲਿਆ ਸੀ। ਹੁਣ ਉਸਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਚਿੱਟੇ ਕੁੜਤੇ ਦੇ ਵਿੱਚ ਤੇ ਚਿੱਟੀ ਪਤਲੂਨ ਦੇ ਵਿੱਚ ਉਹ ਜਿੱਥੇ ਅਮੀਰੀ ਨਾਲ ਠਾਠ ਨਾਲ ਆਪਣੀ ਅਮੀਰੀ ਦੀ ਸ਼ਾਨੋ ਸ਼ੌਕਤ ਨਾਲ ਲੋਕਾਂ ਦੇ ਵਿੱਚੋਂ ਵਿਚਰ ਰਿਹਾ ਸੀ, ਤਾਂ ਹੁਣ ਉਹ ਜਿਹੜੀ ਅਖਬਾਰ ਦੀ ਤਕਰੀਰ ਹੈ ਉਹ ਉਸਨੂੰ ਗਰੀਬ ਸਾਬਤ ਕਰ ਦਿੰਦੀ ਹੈ। ਉਸਨੂੰ ਲੱਗਦਾ ਹੈ ਕਿ ਉਸਦੇ ਚਿੱਟੇ ਕੱਪੜਿਆਂ ਦੇ ਵਿੱਚੋਂ ਉਸਦੀ ਮੈਲੀ ਜਿਹੜੀ ਗਰੀਬੀ ਹੈ ਉਸਨੂੰ ਲੋਕਾਂ ਨੇ ਦੇਖ ਲਿਆ ਹੈ।
ਤੇ ਉਸ ਦੀ ਅਫਸਰਸ਼ਾਹੀ ਹੁਣ ਖਤਮ ਹੋ ਚੁੱਕੀ ਹੈ। ਜਿੱਥੇ ਲੋਕ ਉਸ ਨੂੰ ਸਲਾਮਾਂ ਮਾਰਦੇ ਸੀ ਤਾਂ ਉਹ ਚੀਜ਼ ਹੁਣ ਉਹ ਗਰੀਬੀ ਦੇ ਥੱਲੇ ਆ ਕੇ ਦੱਬ ਗਈ ਹੈ। ਅਸਲ ਵਿੱਚ ਪ੍ਰੋਫੈਸਰ ਨੂੰ ਬੁੱਢੇ ਬਾਰੇ ਇੱਕ ਮੁੱਢਲੀ ਤਨਖਾਹ ਤੇ ਲੈਕਚਰਾਰੀ ਮਿਲੀ ਸੀ। ਟੱਬਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਸੀ। ਇਹ ਸੋਚਦੇ ਸੋਚਦੇ ਉਸਦੇ ਖਿਆਲਾਂ ਦੇ ਮੂਹਰੋਂ ਇੱਕ ਬੱਸ ਲੰਘੀ। ਉਸਨੇ ਦੇਖਿਆ ਕਿ ਇੱਕ ਬੱਸ ਆ ਰਹੀ ਸੀ। ਉਸਨੇ ਦੂਰੋਂ ਹੀ ਹਾਰਨ ਵਜਾਇਆ ਤਾਂ ਜਿਹੜਾ ਸਾਹਮਣੇ ਲਾਲ ਚੀਰੇ ਵਾਲਾ ਵਿਅਕਤੀ ਉਸਨੂੰ ਪਾਰ ਕਰਕੇ ਅੱਗੇ ਲੰਘਿਆ ਸੀ ਤਾਂ ਉਸਨੇ ਆਪਣਾ ਸਾਈਕਲ ਥੋੜ੍ਹਾ ਸਾਈਡ 'ਤੇ ਕਰ ਲਿਆ ਤੇ ਦੂਜੇ ਪਾਸੇ ਪ੍ਰੋਫੈਸਰ ਨੇ ਵੀ ਆਪਣਾ ਸਾਈਕਲ ਖੱਬੇ ਬੰਨੇ ਸੜਕ ਤੋਂ ਇੱਕ ਪਾਸੇ ਉਤਾਰ ਲਿਆ। ਉਸਨੇ ਆਪਣੇ ਬਚਾਅ ਲਈ ਇਹ ਜ਼ਰੂਰੀ ਸਮਝਿਆ ਤੇ ਫਿਰ ਨਾਲ ਹੀ ਉਸਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਇਆ ਕਿ ਜੇ ਅੱਜ ਉਸਦੇ ਕੋਲ ਇੱਕ ਕਾਰ ਹੁੰਦੀ ਤਾਂ ਇਹ ਜਿਹੜੀ ਅੱਧੀ ਸੜਕ ਉਹ ਜਿਹੜਾ ਹੈ ਪ੍ਰੋਫੈਸਰ ਹੈ ਉਹ ਅੱਧੀ ਸੜਕ ਉੱਤੇ ਖੜਾ ਹੁੰਦਾ ਤਾਂ ਉਸਨੂੰ ਪੂਰੀ ਸੜਕ ਖਾਲੀ ਨਾ ਕਰਨੀ ਪੈਂਦੀ। ਤੇ ਨਾਲ ਹੀ ਜਦੋਂ ਬੱਸ ਉਸ ਨੂੰ ਪਾਰ ਕਰਦੀ ਹੈ, ਉਸਦੇ ਕੋਲ ਦੀ ਲੰਘਦੀ ਹੈ ਤਾਂ ਕੱਚੀ ਸੜਕ ਦੀ ਮਿੱਟੀ ਉਸ ਉੱਪਰ ਸੁੱਟਦੀ ਜਾਂਦੀ ਹੈ। ਤਾਂ ਉਹ ਕਹਿੰਦਾ ਭੂਤਨੀ ਨੇ ਅੱਧੇ ਚਿੱਟੇ ਸਿਰ ਵਿੱਚ ਧੂੜ ਦੀ ਟੋਕਰੀ ਪਾ ਕੇ ਚੱਲਦੀ ਬਣੀ ਅਤੇ ਉਸ ਦੀਆਂ ਅੱਖਾਂ ਅੱਗੇ ਕੁਝ ਚਿਰ ਹਨੇਰਾ ਆ ਗਿਆ। ਧੂੜ ਦੀ ਧੁੰਦ ਜਦੋਂ ਹੀ ਪਾਸੇ ਹੋਈ ਤਾਂ ਪ੍ਰੋਫੈਸਰ ਨੇ ਦੇਖਿਆ ਕਿ ਲਾਲ ਚੀਰੇ ਵਾਲਾ ਵਿਅਕਤੀ ਨੇ ਆਪਣਾ ਸਾਈਕਲ ਸੜਕ 'ਤੇ ਚੜ੍ਹਾ ਲਿਆ। ਤਾਂ ਜਿਹੜੇ ਪਾਸੇ ਪ੍ਰੋਫੈਸਰ ਜਾ ਰਿਹਾ ਸੀ ਉਸੇ ਪਾਸੇ ਹੀ ਲਾਲ ਚੀਰੇ ਵਾਲਾ ਵਿਅਕਤੀ ਜਾ ਰਿਹਾ ਸੀ। ਤਾਂ ਪ੍ਰੋਫੈਸਰ ਦੇਖਦਾ ਹੈ ਕਿ ਉਹ ਇੱਕ ਗਰੀਬੜੀ ਜਿਹੀ ਔਰਤ ਲਾਲ ਚੀਰੇ ਵਾਲੇ ਵਿਅਕਤੀ ਨੂੰ ਬੁਲਾਉਂਦੀ ਹੈ ਤੇ ਉਹ ਉਸ ਵੱਲ ਤੱਕਦਾ ਹੋਇਆ ਅੱਗੇ ਲੰਘ ਜਾਂਦਾ ਹੈ। ਹੁਣ ਪ੍ਰੋਫੈਸਰ ਦਾ 2 ਮੀਲ ਪੈਂਡਾ ਤੈਅ ਕਰ ਚੁੱਕਿਆ ਸੀ। ਉਸ ਦੀ ਸਵੇਰ ਤਿੱਖੀ ਠੋਡੀ ਪਸੀਨੇ ਨਾਲ ਭਿੱਜੀ ਪਈ ਸੀ। ਸੱਜੇ ਹੱਥ ਨਾਲ ਉਸਨੇ ਆਪਣੀ ਜੇਬ 'ਚੋਂ ਰੁਮਾਲ ਕੱਢਿਆ ਤੇ ਮੂੰਹ ਪੂੰਝਿਆ ਤੇ ਰੁਮਾਲ ਫਿਰ ਜੇਬ ਵਿੱਚ ਪਾ ਕੇ ਆਪਣੇ ਹੱਥ ਹੈਂਡਲ ਤੇ ਰੱਖ ਲਿਆ। ਸਾਈਕਲ ਸੰਭਾਲਦੇ ਹੋਏ ਉਹ ਹੋਰ ਅੱਗੇ ਵੱਲ ਜਾਂਦਾ ਹੈ। ਹੁਣ ਉਸਦਾ ਸਾਈਕਲ ਉਸ ਤੀਵੀਂ ਦੇ ਬਰਾਬਰ ਪਹੁੰਚ ਰਿਹਾ ਸੀ ਤੇ ਤੀਵੀਂ ਦੇ ਵੀ ਕੰਨ ਖੜੇ ਹੋ ਗਏ। ਉਸਨੇ ਕਿਹਾ, ਵੇ ਵੀਰਾ ਸਾਈਕਲ ਵਾਲਿਆ, ਮੈਨੂੰ ਵੀ ਨਾਲ ਲੈ ਚੱਲ। ਪ੍ਰੋਫੈਸਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਤੇ ਫਿਰ ਮੂੰਹ ਸਿੱਧਾ ਕਰਕੇ ਸਾਈਕਲ ਚਲਾਈ ਗਿਆ। ਅੱਧ ਫਰਲਾਂਗ ਜਾ ਕੇ ਉਸਦਾ ਸਾਈਕਲ ਰੁਕ ਗਿਆ, ਜਿਵੇਂ ਮਾਈ ਦੇ ਹੱਥ ਨੇ ਆ ਕੇ ਉਸ ਦੀ ਸਾਈਕਲ ਦੀਆਂ ਬ੍ਰੇਕਾਂ ਨੂੰ ਬੰਨ੍ਹ ਦਿੱਤਾ ਹੋਵੇ। ਉਹ ਸਾਈਕਲ ਪਿਛਾਂਹ ਮੋੜਿਆ ਤੇ ਸੋਚਣ ਲੱਗਾ ਕਿ ਲਾਲ ਚੀਰੇ ਵਾਲੇ ਸਾਈਕਲ ਸਵਾਰ ਨੇ ਉਸ ਨੂੰ ਸ਼ਹਿਰ ਤੱਕ ਕਿਉਂ ਨਾ ਚੜ੍ਹਾ ਲਿਆ, ਜਦ ਕਿ ਸ਼ਹਿਰ ਹੁਣ ਮਸੀਂ ਮੀਲ ਕੁ ਹੀ ਰਹਿ ਗਿਆ ਸੀ। ਉਹ ਸਾਈਕਲ ਸਵਾਰ ਉਸ ਨੂੰ ਪੱਥਰ ਦਿਲ ਜਾਪਿਆ, ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮੁਹਤਾਜ ਨੂੰ ਮੁਸ਼ਕਿਲ ਵਿੱਚ ਛੱਡ ਕੇ ਅਗਾਂਹ ਲੰਘ ਗਿਆ ਸੀ। ਉਹ ਆਪਣੀ ਗਲਤੀ ਨੂੰ ਠੀਕ ਕਰਦਿਆਂ ਉਸਨੇ ਸਾਈਕਲ ਨੂੰ ਪਿੱਛੇ ਵੱਲ ਮੋੜਿਆ। ਉਸਨੇ ਮਾਈ ਕੋਲ ਜਾ ਕੇ ਪੁੱਛਿਆ, ਮਾਈ ਕਿੱਥੇ ਜਾਣਾ ਈ? ਅੱਗੋਂ ਮਾਈ ਜਵਾਬ ਦਿੰਦੀ ਹੈ, ਵੇ ਵੀਰਾ ਮੈਂ ਜਾਣਾ ਸਹੇੜੇ। ਤਾਂ ਪ੍ਰੋਫੈਸਰ ਕਹਿੰਦਾ, ਸਹੇੜਾ ਕਿੱਥੇ ਹੈ? ਤਾਂ ਮਾਈ ਅੱਗੋਂ ਜਵਾਬ ਦਿੰਦੀ ਹੈ, ਬਾਗਾਂ ਵਾਲੇ ਦੇ ਗੈਲ 3 ਕੋ। ਪ੍ਰੋਫੈਸਰ ਨੇ ਸਮਝਿਆ ਸੀ ਕਿ ਮਾਈ ਨੇ ਉਸਦੇ ਸ਼ਹਿਰ ਹੀ ਜਾਣਾ ਹੈ, ਜੋ ਮਸੀਂ ਮੀਲ ਕੁ ਦੂਰ ਸੀ, ਪਰ ਬਾਗਾਂ ਵਾਲਾ ਤਾਂ ਉੱਥੋਂ 9 ਮੀਲ ਦੂਰ ਸੀ। ਮਾਈ ਬਹੁਤ ਹੀ ਬੁੱਢੀ ਸੀ, ਸੁੱਕੀ ਹੋਈ ਭੁਗੜੀ ਜੀ, ਉਸਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ। ਪੈਰ ਉਸਦੇ ਨੰਗੇ, ਪਤਾ ਨਹੀਂ ਉਹ ਉੰਬਲ ਵਰਗੀ ਧੂੜ ਵਿੱਚ ਕਿਵੇਂ ਖੜੀ ਸੀ। ਕਾਲੀ ਗੰਦੀ ਸੁੱਥਣ ਨੂੰ 100 ਕੁ ਰੰਗ ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ। ਉਹ ਜਿਹਾ ਹੀ ਕੁੜਤਾ ਸੀ ਜਿਸ ਦਾ ਰੰਗ ਮੈਲ ਨਾਲ ਭਿੱਜਿਆ ਹੋਣ ਕਰਕੇ ਪਛਾਣਿਆ ਹੀ ਨਹੀਂ ਜਾਂਦਾ ਸੀ।
ਸਿਰ ਤੇ ਬਟੇਰਿਆਂ ਦੇ ਜਾਲ ਵਰਗੀ ਤੰਦੋ ਤੁੰਦ ਚੁੰਨੀ ਸੀ, ਜਿਸ ਨੂੰ ਚੁੰਨੀ ਕਹਿਣਾ ਚੁੰਨੀ ਸ਼ਬਦ ਦੀ ਹੀ ਤੌਹੀਨ ਹੋ ਸਕਦੀ ਹੈ। ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਪਿਚਕ ਗਿਆ ਤੇ ਉਸ ਆਪਣੀਆਂ ਨਜ਼ਰਾਂ ਉਸ ਦੀ ਸੋਟੀ ਤੇ ਟਿਕਾ ਲਈਆਂ। ਥੱਲਿਓਂ ਪਾਟੀ ਹੋਈ ਬਾਹਰ ਨੂੰ ਖਿਲਰੀਆਂ ਹੋਈਆਂ ਫਾਕਾਂ ਵਾਲੀ ਤੂਤ ਦੀ ਟਾਹਣੀ ਸੀ। ਪ੍ਰੋਫੈਸਰ ਨੂੰ ਉਸ ਤੇ ਬੜੀ ਘਿਰਨਾ ਆਉਂਦੀ ਹੈ ਤੇ ਅੱਗੋਂ ਉਹ ਜਵਾਬ ਦਿੰਦਾ ਹੈ, ਮੈਂ ਤੇ ਸ਼ਹਿਰ ਹੀ ਜਾਣਾ ਹੈ, ਮਸੀਂ 1 ਮੀਲ ਹੀ ਹੈ, ਪੌਣਾ ਕੁ। ਪ੍ਰੋਫੈਸਰ ਨੇ ਕਿਹਾ, ਇਸ ਬੇਰਹਿਮੀ ਭਰੀ ਆਸ ਨਾਲ ਕਿ ਉਹ ਆਪੇ ਹੀ ਨਾ ਕਰ ਦੇਵੇਗੀ। ਪਰ ਹੋਇਆ ਉਸ ਦੇ ਐਨ ਉਲਟ। ਉਸ ਤਰਲੇ ਭਰੀ ਆਵਾਜ਼ ਵਿੱਚ ਕਿਹਾ, ਫਿਰ ਮਾਈ ਉਸ ਨੂੰ ਕਹਿੰਦੀ ਹੈ, ਹਾੜੇ ਹਾੜੇ ਵੀਰ, ਉੱਥੇ ਤੀਕਣ ਹੀ ਲੈ ਚੱਲ। ਪ੍ਰੋਫੈਸਰ ਨੂੰ ਸੱਪ ਦੇ ਮੂੰਹ ਵਿੱਚ ਕੂੜ ਕਿਰਲੀ ਵਾਲੀ ਅਖੌਤ ਯਾਦ ਆਈ। ਉਸ ਕਿਹਾ, ਮਾਈ ਬਹਿ ਜਾ ਪਿੱਛੇ। ਮਨ ਮੰਨੇ ਅਣਮੰਨੇ ਮਨ ਦੇ ਨਾਲ ਪ੍ਰੋਫੈਸਰ ਨੇ ਮਾਈ ਨੂੰ ਪਿੱਛੇ ਬੈਠਣ ਵਾਸਤੇ ਕਹਿ ਦਿੱਤਾ। ਕਿੱਥੇ ਬੈਠਾਂ? ਮਾਈ ਕਹਿੰਦੀ ਆ। ਕਿੱਥੇ ਬੈਠਾਂ? ਕਿਵੇਂ ਬੈਠਾਂ? ਮੈਨੂੰ ਚੁੱਕ ਕੇ ਚੜਾ ਲੈ, ਨਾਲੇ ਇਹ ਲੈ ਮੇਰਾ ਥੈਲਾ। ਗੰਦੇ ਥੈਲੇ ਵਿੱਚ ਗੰਦਾ ਪਾਟਾ ਹੋਇਆ ਡੱਬੀਦਾਰ ਖੇਸ ਸੀ। ਪ੍ਰੋਫੈਸਰ ਨੇ ਦੰਦਾਂ ਦੀ ਕਚੀਚੀ ਵੱਟ ਕੇ ਉਸਨੂੰ ਦੂਰ ਰੱਖਣ ਦੀ ਨੀਤੋਂ ਸਾਈਕਲ ਦੀ ਬੱਤੀ ਦੀ ਹੁੱਕ ਨਾਲ ਲਟਕਾਉਣ ਦਾ ਯਤਨ ਕੀਤਾ, ਪਰ ਹੱਡ ਮਾਸ ਦੀ ਉਹ ਇੱਕ ਪਾਸੇ ਹੀ ਉਲਰ ਗਿਆ। ਸੋ ਉਸਨੇ ਹੈਂਡਲ ਨਾਲ ਉਸਦਾ ਮਾਈ ਦਾ ਝੋਲਾ ਲਟਕਾਉਂਦਿਆਂ ਇੱਕ ਬਾਂਹ ਦਾ ਸਹਾਰਾ ਦੇ ਕੇ ਕਚੀਚੀ ਵੱਟ ਕੇ ਉਸਨੇ ਮਾਈ ਨੂੰ ਆਪਣੇ ਕੈਰੀਅਰ ਤੇ ਬਿਠਾ ਲਿਆ। ਉਹ ਬੱਚੇ ਦੇ ਭਾਰ ਜਿੰਨੀ ਹੌਲੀ ਸੀ। ਪ੍ਰੋਫੈਸਰ ਨੇ ਹੱਥ ਨੂੰ ਲੱਗੇ ਮਾਈ ਦੇ ਬਦਬੂ ਭਰੇ ਪਸੀਨੇ ਨੇ ਹੁਣ ਕੋਈ ਪਰਵਾਹ ਨਾ ਕੀਤੀ। ਸਾਈਕਲ ਨੂੰ ਥੋੜਾ ਹੋਰ ਰੇੜੇ ਪਾ ਕੇ ਪ੍ਰੋਫੈਸਰ ਕਾਠੀ ਤੇ ਬੈਠ ਗਿਆ। ਉਸਨੇ ਸਾਈਕਲ ਚਲਾਉਂਦਿਆਂ ਮਾਈ ਨਾਲ ਕਈ ਗੱਲਾਂ ਕੀਤੀਆਂ ਤੇ ਰਸਤੇ ਵਿੱਚ ਹੀ ਉਸਨੂੰ ਪਤਾ ਲੱਗਿਆ ਕਿ ਮਾਈ ਦਾ ਕੋਈ ਅੰਗ ਸਾਕ ਨਹੀਂ ਸੀ। ਉਹ ਜੇਠ ਦੀ ਸੰਗਰਾਂਦ ਨੂੰ 14-15 ਮੀਲ ਤੁਰ ਕੇ ਗੁਰਦੁਆਰੇ ਆਈ ਸੀ ਤੇ ਪਿੰਡ ਵਿੱਚ ਇੱਕ ਝੁੱਗੀ ਵਿੱਚ ਰਹਿੰਦੀ ਸੀ। ਆਂਢ ਗੁਆਂਢ ਜੇ ਉਸਨੂੰ ਆਪੇ ਕੋਈ ਰੋਟੀ ਦੇ ਦਿੰਦਾ ਤਾਂ ਉਹ ਖਾ ਲੈਂਦੀ, ਪਰ ਉਹ ਮੰਗ ਕੇ ਕਿਸੇ ਤੋਂ ਨਹੀਂ ਸੀ ਖਾਂਦੀ। ਇਹ ਸੋਚ ਕੇ ਪ੍ਰੋਫੈਸਰ ਦਾ ਦਿਲ ਪਸੀਜ ਗਿਆ। ਪਹਿਲਾਂ ਉਸ ਦਾ ਦਿਲ ਕੀਤਾ ਕਿ ਉਹ ਮਾਈ ਨੂੰ ਇੱਕ ਟਿਕਟ ਲੈ ਕੇ ਦੇਵੇ, ਬੱਸ ਦੀ ਇੱਕ ਟਿਕਟ ਲੈ ਕੇ ਦੇਵੇ ਜਿੱਥੇ ਉਹ ਆਪਣੇ ਪਿੰਡ ਸਹੇੜੇ ਪਹੁੰਚ ਜਾਵੇ। ਪਰ ਪ੍ਰੋਫੈਸਰ ਦੀ ਜੇਬ ਦੇ ਵਿੱਚ 30 ਪੈਸੇ ਹੀ ਸੀ ਤੇ ਦੂਜੇ ਪਾਸੇ ਅੰਗਰੇਜ਼ੀ ਦੇ ਮਹੀਨੇ ਦੇ ਅਖੀਰਲੇ ਹਫ਼ਤੇ ਵਿੱਚ ਉਹ ਦਿਨ ਕੱਢ ਰਿਹਾ ਸੀ ਤੇ ਨਾਲ ਹੀ ਉਸਦੇ ਟੱਬਰ ਦਾ ਖਰਚਾ ਉਸਦੇ ਸਿਰ ਤੇ ਖੜਾ ਸੀ। ਤੇ ਫਿਰ ਉਸਨੂੰ ਯਾਦ ਆਉਂਦਾ ਹੈ ਕਿ ਉਸਦਾ ਛੋਟਾ ਬੱਚਾ ਦਿਨੇਸ਼, ਜੋ ਹਰ ਰੋਜ਼ ਸਵੇਰੇ ਰਸ ਦੀ ਮੰਗ ਕਰਦਾ ਹੈ ਤੇ ਰਸ 3 ਪੈਸਿਆਂ ਦਾ ਆਉਂਦਾ ਸੀ, ਉਸਨੇ ਉਸਦੇ ਲਈ ਰਸ ਵੀ ਲੈ ਕੇ ਜਾਣਾ ਸੀ। ਇਹ ਸੋਚ ਕੇ ਪ੍ਰੋਫੈਸਰ ਚੁੱਪ ਹੋ ਜਾਂਦਾ ਹੈ। ਨਾਲ ਹੀ ਉਸਦੇ ਸਿਰ ਤੇ ਧੋਬੀ ਦੇ ਕੱਪੜਿਆਂ ਦਾ ਖਰਚਾ ਵੀ ਖੜਾ ਸੀ। ਫਿਰ ਉਸਨੇ ਸੋਚਿਆ ਕਿ ਉਹ ਕਿਸੇ ਤੋਂ 8 ਆਨੇ ਮੰਗ ਕੇ ਮਾਈ ਦਾ ਕਿਰਾਇਆ ਪੂਰਾ ਕਰਕੇ ਉਸਨੂੰ ਬੱਸ ਚੜ੍ਹਾ ਦੇਵੇ। ਪਰ ਫਿਰ ਉਹ ਸੋਚਦਾ ਕਿ ਲੋਕ ਉਸ ਬਾਰੇ ਕੀ ਕਹਿਣਗੇ, ਕਿ ਉਹ ਆਪਣੇ ਕੋਲ 8 ਆਨੇ ਵੀ ਨਹੀਂ ਖਰਚ ਕਰ ਸਕਦਾ ਤੇ ਮੇਰੀਆਂ ਸਲਾਮਾਂ ਮੈਥੋਂ ਖੁੱਸ ਜਾਣਗੀਆਂ। ਉਸਦੇ ਇਹਨਾਂ ਵਿਚਾਰਾਂ ਨੇ ਪਾਸਾ ਪਰਤਿਆ। ਫਿਰ ਉਸਦਾ ਦਿਲ ਕੀਤਾ ਕਿ ਕਿਉਂ ਨਾ ਉਹ ਮਾਈ ਨੂੰ ਬਾਗਾਂ ਵਾਲੇ ਛੱਡ ਆਵੇ। ਪਰ ਫਿਰ ਉਸਨੇ ਦੇਖਿਆ ਕਿ ਉਸਨੇ ਹਜੇ ਰੋਟੀ ਵੀ ਖਾਣੀ ਹੈ ਤੇ ਫਿਰ ਬੱਚਿਆਂ ਨੂੰ ਵੀ ਪੜ੍ਹਾਉਣ ਜਾਣਾ ਹੈ। ਉਹ ਜਮਾਤ ਵਿੱਚ ਗੱਪਾਂ ਮਾਰ ਕੇ ਤਾਂ ਟਾਈਮ ਨਹੀਂ ਪਾਸ ਕਰ ਸਕਦਾ ਸੀ। ਉਹ ਗੱਪਾਂ ਮਾਰ ਕੇ ਪੈਸੇ ਹੜੱਪ ਕੇ ਜੇਬ ਵਿੱਚ ਪਾਣਾ ਪਾਪ ਸਮਝਦਾ ਸੀ
ਉਹ ਹੁਣ ਦੂਜੇ ਪਾਸੇ ਬੁੱਢੀ ਮਾਈ ਦੀ ਸਹਾਇਤਾ ਵੀ ਕਰਨੀ ਚਾਹੁੰਦਾ ਸੀ। ਇਹੀ ਸੋਚਦਿਆਂ ਸ਼ਹਿਰ ਦਾ ਮੋੜ ਆ ਗਿਆ ਤੇ ਨਾ ਚਾਹੁੰਦਿਆਂ ਵੀ ਪ੍ਰੋਫੈਸਰ ਨੇ ਕਿਹਾ, ਮਾਈ ਸ਼ਹਿਰ ਆ ਗਿਆ, ਮੈਂ ਸ਼ਹਿਰ ਨੂੰ ਮੁੜ ਜਾਣਾ ਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤੀ। ਮਾਈ ਨਾ ਉਤਰੀ। ਪ੍ਰੋਫੈਸਰ ਨੇ ਔਖਿਆਂ ਹੋ ਕੇ ਖੜੇ ਹੋ ਕੇ ਸਾਈਕਲ ਦੇ ਅੱਗਿਓਂ ਆਪਣੀ ਲੱਤ ਕੱਢੀ ਅਤੇ ਉਤਰ ਕੇ ਮਾਈ ਨੂੰ ਉਤਾਰਿਆ। ਉਸਦਾ ਗੰਦਾ ਥੈਲਾ ਲਾ ਕੇ ਉਸ ਨੂੰ ਫੜਾਇਆ। ਕਮੇਟੀ ਦੀ ਚੌਂਕੀ ਦਾ ਬਾਬੂ ਘਿਰਨਾ ਭਰੀ ਨਜ਼ਰ ਨਾਲ ਪ੍ਰੋਫੈਸਰ ਨੂੰ ਦੇਖ ਰਿਹਾ ਸੀ। ਬਾਗਾਂ ਵਾਲੇ ਦੀ ਬੱਸ ਆ ਗਈ। ਬੱਸ ਚਲੀ ਗਈ, ਪਰ ਪ੍ਰੋਫੈਸਰ ਨੇ ਨੇਕੀ ਤੇ ਮਜਬੂਰੀ ਵਿਚਕਾਰ ਝੂਟੇ ਲੈਂਦਾ ਰਿਹਾ ਤੇ ਆਖਰ ਮਜਬੂਰੀ ਦੇ ਹੱਥੋਂ ਹਾਰ ਖਾ ਬੈਠਾ। ਉਸ ਘਰ ਜਾਣ ਲਈ ਜਦ ਸਾਈਕਲ ਮੋੜਿਆ ਤਾਂ ਲਾਲ ਚੀਰੇ ਤੇ ਸਧਾਰਨ ਕੱਪੜਿਆਂ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੁੜਿਆ ਆ ਰਿਹਾ ਸੀ। ਪ੍ਰੋਫੈਸਰ ਉਸ ਨੂੰ ਪੱਥਰ ਦਿਲ ਇਨਸਾਨ ਨੂੰ ਕੁਝ ਕਹਿਣਾ ਚਾਹੁੰਦਾ ਸੀ। ਸਾਈਕਲ ਸਵਾਰ ਨੇ ਮਾਈ ਨੂੰ ਦੇਖ ਕੇ ਕਿਹਾ, ਆ ਗਈ ਐ ਮਾਂ, ਛੇਤੀ ਹੀ ਆ ਗਈ ਐ, ਮੇਰਾ ਕੰਮ ਵੀ ਛੇਤੀ ਮੁੱਕ ਗਿਆ, ਚੱਲ ਬੈਠ, ਮੈਂ ਤੇ ਬਾਗਾਂ ਵਾਲੇ ਤੀਕ ਜਾਣਾ, ਤੈਨੂੰ 2 ਪੈਰ ਗਾਂ ਸਹੇੜੇ ਹੀ ਛੱਡ ਆਉਂ। ਮਾਈ ਕਹਿੰਦੀ ਐ, ਵੀਰ ਉਹ ਦੂਜਾ ਵੀਰ ਇੱਥੇ ਤੱਕ ਲੈ ਆਇਆ, ਜਿੰਦਾ ਰਹਿਣਾ, ਛੇਤੀ ਹੀ ਆ ਗਈ। ਪ੍ਰੋਫੈਸਰ ਨੇ ਆਪਣੇ ਸਾਈਕਲ ਦਾ ਸਟੈਂਡ ਲਗਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਕੈਰੀਅਰ ਤੇ ਬਿਠਾਇਆ ਤੇ ਉਸ ਦਾ ਥੈਲਾ ਉਸ ਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ। ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇੱਕ ਇਹੋ ਜਿਹੀ ਤੱਕਣੀ ਨਾਲ ਤੱਕਿਆ ਜਿਵੇਂ ਜਿਸ ਨੂੰ ਉਹ ਓਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ ਆਇਆ ਹੋਵੇ, ਪਰ ਉਹ ਕੁਝ ਮੂੰਹੋਂ ਨਾ ਬੋਲਿਆ। ਅੱਖਾਂ ਹੀ ਅੱਖਾਂ ਨਾਲ ਉਸਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਤੇ ਉਹ ਸਾਂਝ ਵਿੱਚ ਪ੍ਰੋਫੈਸਰ ਨੇ ਇਉਂ ਪ੍ਰਤੀਤ ਕੀਤਾ ਜਿਵੇਂ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ। ਤਾਂ ਇੱਥੇ ਹੀ ਜਿਹੜੀ ਅੱਜ ਦੀ ਕਹਾਣੀ ਹੈ ਸਾਂਝ, ਉਹ ਖਤਮ ਹੁੰਦੀ ਹੈ। ਸਾਂਝ ਕਹਾਣੀ ਦੇ ਵਿੱਚ ਇੱਕ ਰਿਸ਼ਤਾ ਹੈ ਇਨਸਾਨੀਅਤ ਦਾ, ਪ੍ਰੋਫੈਸਰ ਦਾ, ਲਾਲ ਚੀਰੇ ਵਾਲੇ ਵਿਅਕਤੀ ਦਾ ਤੇ ਉਹ ਇੱਕ ਗਰੀਬ ਮਾਈ ਦਾ, ਜੋ ਪੈਸਿਆਂ ਪੱਖੋਂ ਵੀ ਗਰੀਬ ਹੈ ਤੇ ਰਿਸ਼ਤਿਆਂ ਪੱਖੋਂ ਵੀ ਗਰੀਬ ਹੈ, ਜਿਸ ਦਾ ਅੰਗ ਸਾਗ ਕੋਈ ਨਹੀਂ ਹੈ। ਤੇ ਅਖੀਰ ਜਦੋਂ ਪ੍ਰੋਫੈਸਰ ਲਾਲ ਚੀਰੇ ਵਾਲੇ ਵਿਅਕਤੀ ਨੂੰ ਦੇਖਦਾ ਹੈ ਕਿ ਉਹ ਮਾਈ ਦੀ ਮਦਦ ਕਰਨ ਵਾਸਤੇ ਅੱਗੇ ਵਧਿਆ, ਤਾਂ ਜਿਹੜੇ ਉਹਦੇ ਪ੍ਰਤੀ ਪ੍ਰੋਫੈਸਰ ਦੇ ਮਨ ਵਿੱਚ ਵਿਚਾਰ ਸੀ, ਮਤਲਬ ਕਿ ਲਾਲ ਚੀਰੇ ਵਾਲੇ ਵਿਅਕਤੀ ਪ੍ਰਤੀ ਪ੍ਰੋਫੈਸਰ ਦੇ ਮਨ ਵਿੱਚ ਜੋ ਬੁਰੇ ਵਿਚਾਰ ਸੀ ਕਿ ਲਾਲ ਚੀਰੇ ਵਾਲਾ ਵਿਅਕਤੀ ਬੜਾ ਭੈੜਾ ਹੈ, ਠੀਕ ਹੈ, ਤੇ ਉਹ ਇੱਕ ਨਿਰਦਈ ਵਿਅਕਤੀ ਹੈ, ਉਹ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦਾ, ਹੰਕਾਰਿਆ ਹੋਇਆ ਹੈ, ਇਸ ਤਰੀਕੇ ਦੇ ਜਿਹੜੇ ਉਸਦੇ ਮਨ ਦੇ ਵਿੱਚ ਵਿਚਾਰ ਸੀ ਉਹ ਹੁਣ ਅਖੀਰ ਦੇ ਵਿੱਚ ਬਦਲ ਜਾਂਦੇ ਆ ਤੇ ਉਸ ਨੂੰ ਉਹ ਲਾਲ ਚੀਰੇ ਵਾਲਾ ਵਿਅਕਤੀ ਆਪਣੇ ਵਰਗਾ ਲੱਗਦਾ ਹੈ ਤੇ ਉਹਦੇ ਨਾਲ ਉਸਦੀ ਸਾਂਝ ਪੈ ਜਾਂਦੀ ਹੈ।